ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਅੱਜ ਆਪਾਂ ਆਪਣੀ ਸੀਰੀਜ਼ ਨੂੰ ਕੰਟੀਨਿਊ ਕਰ ਰਹੇ ਹਾਂ ਪੋਲਿਟੀ ਦੀ ਜੋ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਤੁਹਾਨੂੰ ਮਲਟੀਪਲ ਐਮਸੀਕਿਊ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਵਿਦ ਐਕਸਪਲੇਨੇਸ਼ਨ ਤੇ ਪੂਰੀ ਜਿੰਨੇ ਵੀ ਐਡੀਸ਼ਨਲ ਪੁਆਇੰਟਸ ਨੇ ਸਾਰੇ ਦੇ ਸਾਰੇ ਤੁਹਾਨੂੰ ਰਾਈਟ ਡਾਊਨ ਕਰਵਾਏ ਜਾ ਰਹੇ ਨੇ अगर ਤੁਹਾਨੂੰ ਸੀਰੀਜ਼ ਪਸੰਦ ਆ ਰਹੀ ਹੈ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਣਾ ਠੀਕ ਹੈ ਜ਼ਰੂਰ ਕਰਨਾ ਹੈ ਲਾਈਕ ਵੀ ਕਰਨਾ ਐਂਡ ਸ਼ੇਅਰ ਵੀ ਕਰਨਾ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਜੋ ਲੈਕਚਰਸ ਨੇ ਉਹ ਪ੍ਰੋਵਾਈਡ ਕਰਵਾਏ ਜਾ ਸਕਣ ਐਂਡ ਆਪਣਾ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਕਿ ਤੁਹਾਨੂੰ ਲੈਕਚਰਸ ਕਿਸ ਤਰੀਕੇ ਦੇ ਲੱਗ ਰਹੇ ਨੇ ਸੋ ਲੈਟਸ ਸਟਾਰਟ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਵਿਦ ਫਰਸਟ ਕੁਐਸਚਨ ਕੀ ਹੈ ਜੀ which one of the following writs is regarded as the greatest safeguard for the liberty for the person ਫਸਟ ਇਕੁਏਸ਼ਨ ਹੈ ਰਿਟਸ ਦੇ ਵਿੱਚੋਂ ਪੁੱਛਿਆ ਗਿਆ ਕਹਿੰਦੇ ਉਹ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਰਿਟ ਹੈ ਜੋ ਇੰਡੀਅਨਸ ਦੀ ਜਾਂ ਇੰਡੀਅਨ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਆਜ਼ਾਦੀ ਨੂੰ ਕੀ ਕਰਦੀ ਹੈ ਸੇਫ ਕਰਦੀ ਹੈ ਇੰਡੀਅਨਸ ਦੀ ਆਜ਼ਾਦੀ ਦੇ ਲਈ ਕਿਹੜੀ ਰਿਟ ਰੱਖੀ ਗਈ ਹੈ ਸਭ ਨੂੰ ਪਤਾ ਹੋਏਗਾ ਰਿਟ ਹੁੰਦੀਆਂ ਕੀ ਨੇ ਕਿਸ ਆਰਟੀਕਲ ਦੇ ਅੰਦਰ ਆਉਂਦੀਆਂ ਨੇ ਤੇ ਕਿਉਂ ਇਸ਼ੂ ਕੀਤੀਆਂ ਜਾਂਦੀਆਂ ਨੇ ਸਭ ਨੂੰ ਮੈਂ ਬਹੁਤ ਵਾਰ ਪੂਰੀ ਡਿਟੇਲ ਦੇ ਵਿੱਚ ਚੀਜ਼ਾਂ ਕਰਵਾ ਚੁੱਕੀ ਹਾਂ ਹੁਣ ਮੈਂ ਦੱਸ ਰਹੀ ਹਾਂ ਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਕੁਐਸਚਨਸ ਦੇ ਵਿੱਚ ਇਹ ਚੀਜ਼ਾਂ ਕਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਸਕਦੀਆਂ ਫਸਟਲੀ ਪੁੱਛਿਆ ਕੀ ਗਿਆ ਕਿ ਕਿਹੜੀ ਰਿਟ ਹੈ ਉਹ ਕਿਹੜੀ ਰਿਟ ਹੈ ਜਿਹੜੀ ਇੰਡੀਅਨਸ ਦੀ ਲਿਬਰਟੀ ਜਾਂ ਇੰਡੀਆ ਦੀ ਫਰੀडम ਨੂੰ ਕੀ ਕਰਦੀ ਹੈ ਸੇਫ ਕਰਦੀ ਹੈ ਸਭ ਨੂੰ ਪਤਾ ਹੋਏਗਾ ਕਿ ਜੋ ਰਿਟਸ ਨੇ ਉਹ ਇਸ਼ੂ ਕੀਤੀਆਂ ਜਾਂਦੀਆਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਦੇ ਵੱਲੋਂ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੋ ਹਾਈ ਕੋਰਟ ਹੈ ਉਹ ਰਿਟ ਜਾਰੀ ਕਰਦੀ ਹੈ ਅੰਡਰ ਆਰਟੀਕਲ 226 ਐਂਡ ਸੁਪਰੀਮ ਕੋਰਟ ਰਿਟ ਜਾਰੀ ਕਰਦੀ ਹੈ ਅੰਡਰ ਆਰਟੀਕਲ 32 ਜੋ ਸੁਪਰੀਮ ਕੋਰਟ ਹੈ ਉਹ ਜਸਟ ਫੰਡਾਮੈਂਟਲ ਰਾਈਟਸ ਦੇ ਰਿਗਾਰਡਿੰਗ ਰਿਟਸ ਜਾਰੀ ਕਰ ਸਕਦੀ ਹੈ ਬਟ ਹਾਈ ਕੋਰਟ ਦੇ ਕੋਲ ਰਿਟਸ ਜਾਰੀ ਕਰਨ ਦਾ ਵਾਈਡ ਏਰੀਆ ਹੈ ਠੀਕ ਹੈ ਜੀ ਐਸ ਕੰਪੇਅਰ ਟੂ ਸੁਪਰੀਮ ਕੋਰਟ ਜੋ ਹਾਈ ਕੋਰਟ ਹੈ ਫੰਡਾਮੈਂਟਲ ਰਾਈਟਸ ਦੇ ਨਾਲ ਬਾਕੀ ਏਰੀਆਸ ਦੇ ਵਿੱਚ ਵੀ ਰਿਟ ਜਾਰੀ ਕਰਦੀ ਹੈ ਬਟ ਔਨ ਦਾ ਅਦਰ ਹੈਂਡ ਅਗਰ ਗੱਲ ਕਰੀਏ ਸੁਪਰੀਮ ਕੋਰਟ ਦੀ ਤਾਂ ਸੁਪਰੀਮ ਕੋਰਟ ਜਸਟ ਫੰਡਾਮੈਂਟਲ ਰਾਈਟਸ ਨੂੰ ਸੇਫ ਕਰਨ ਦੇ ਲਈ ਫੰਡਾਮੈਂਟਲ ਰਾਈਟਸ ਅਗਰ ਕਿਸੇ ਦਾ ਫੰਡਾਮੈਂਟਲ ਰਾਈਟ ਵਾਇਲੇਟ ਹੁੰਦਾ ਹੈ ਤਾਂ ਉਹ ਕੀ ਕਰ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿਟ ਜਾਰੀ ਕਰਵਾ ਸਕਦਾ ਤੇ ਸੁਪਰੀਮ ਕੋਰਟ ਕੋਲ ਰਿਟ ਜਾਰੀ ਕਰਨ ਦੇ ਲਈ ਓਰੀਜਨਲ ਯੂਰਿਸਡਿਕਸ਼ਨ ਹੁੰਦੀ ਹੈ ਕਿਹੜੀ ਯੂਰਿਸਡਿਕਸ਼ਨ ਹੁੰਦੀ ਹੈ ਓਰੀਜਨਲ ਤੇ ਓਰੀਜਨਲ ਯੂਰਿਸਡਿਕਸ਼ਨ ਕਿਸ ਆਰਟੀਕਲ ਦੇ ਅੰਡਰ ਹੈ ਆਰਟੀਕਲ 131 ਦੇ ਅੰਡਰ ਆਉਂਦੀ ਹੈ ਹੋਪਫੁਲੀ ਕਲੀਅਰ ਹੋਏਗਾ ਕਿੰਨੇ ਤਰੀਕੇ ਦੀਆਂ ਰਿਟਸ ਜਾਰੀ ਹੁੰਦੀਆਂ 5 ਤਰੀਕੇ ਦੀਆਂ ਰਿਟਸ ਜਾਰੀ ਹੁੰਦੀਆਂ ਕਿਹੜੀਆਂ ਹੈਬਿਸ ਕਾਰਪਸ ਮੈਂਡੇਮਸ ਸਰਸ਼ਰੀ ਪ੍ਰੋਹਿਬਿਸ਼ਨ ਐਂਡ ਕਿਊ ਵਾਰੰਟੋ ਹੁਣ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਕਿ ਕਿਹੜੀ ਉਹ ਰਿਟ ਹੈ ਜੋ ਇੰਡੀਅਨਸ ਦੀ ਆਜ਼ਾਦੀ ਲਿਬਰਟੀ ਜਾਂ ਫਰੀडम ਨੂੰ ਸੇਫ ਕਰਦੀ ਹੈ ਉਹ ਰਿਟ ਹੈ ਜੀ ਬਹੁਤ ਵਾਰ ਮੈਂ ਐਕਸਪਲੇਨ ਕਰਵਾ ਚੁੱਕੀ ਹਾਂ ਆਪਸ਼ਨ ਬੀ ਹੈਬਿਸ ਕਾਰਪਸ ਰਿਟ ਹੈਬਿਸ ਕਾਰਪਸ ਰਿਟ ਦਾ ਮਤਲਬ ਕੀ ਹੁੰਦਾ ਹੈ ਟੂ ਹੈਵ ਅ ਬੋਡੀ ਅਗਰ ਐਕਸਪਲੇਨੇਸ਼ਨ ਆਲਰੇਡੀ ਮੈਂ ਇਹਦੀ ਆਫਲਾਈਨ ਕਲਾਸਿਸ ਦੇ ਵਿੱਚ ਪੂਰੇ ਤਰੀਕੇ ਨਾਲ ਐਕਸਪਲੇਨ ਕਰਵਾ ਚੁੱਕੀ ਹਾਂ ਰਿਟਸ ਹੁੰਦੀਆਂ ਕੀ ਨੇ ਕਿਹੜੀ ਰਿਟ ਕਿਵੇਂ ਲਾਗੂ ਕੀਤੀ ਜਾਂਦੀ ਹੈ ਆਪਾਂ ਪ੍ਰੈਕਟੀਕਲੀ ਆਪਣੀ ਡੇਲੀ ਯੂਜ਼ ਦੇ ਵਿੱਚ ਜੋ ਐਗਜ਼ਾਮਪਲਸ ਯੂਜ਼ ਹੁੰਦੀ ਹੈ ਉਹਨਾਂ ਨੂੰ ਹੀ ਲੈ ਕੇ ਇਹ ਸਮਝਾਈਆਂ ਗਈਆਂ ਨੇ ਤੇ ਹੋਪਫੁਲੀ ਤੁਹਾਨੂੰ ਵੀ ਮੈਂ ਬਹੁਤ ਵਾਰ ਪਿਛਲੀ ਵੀਡੀਓਜ਼ ਦੇ ਵਿੱਚ ਇਹ ਚੀਜ਼ਾਂ ਦੀ ਕਲੈਰਿਟੀ ਦੇ ਚੁੱਕੀ ਹਾਂ ਅਗਰ ਮੈਂਡੇਮਸ ਦੀ ਗੱਲ ਕੀਤੀ ਜਾਵੇ ਕਿ ਮੈਂਡੇਮਸ ਰਿਟ ਕੀ ਦਾ ਮੀਨਿੰਗ ਕੀ ਹੁੰਦਾ ਵੀ ਕਮਾਂਡ ਅਗਰ ਕੋਈ ਅਫੀਸ਼ੀਅਲ ਪਬਲਿਕ ਅਫੀਸ਼ੀਅਲ ਅੱਛੇ ਤਰੀਕੇ ਦੇ ਨਾਲ ਆਪਣੀ ਡਿਊਟੀ ਨੂੰ ਪਰਫਾਰਮ ਨਹੀਂ ਕਰ ਰਿਹਾ ਤਾਂ ਉਸ ਦੇ ਅਗੇਂਸਟ ਰਿਟ ਜਾਰੀ ਕੀਤੀ ਜਾਂਦੀ ਹੈ ਮੈਂਡੇਮਸ ਜਿਸ ਦਾ ਮਤਲਬ ਕੀ ਹੈ ਵੀ ਕਮਾਂਡ ਨੈਕਸਟ ਹੈ ਜੀ ਸਰਸ਼ਰੀ ਰਿਟ ਦਾ ਮਤਲਬ ਕੀ ਹੁੰਦਾ ਟੂ ਸਰਟੀਫਾਈਡ ਇਹ ਲੋਅਰ ਹਾਇਰ ਕੋਰਟ ਵੱਲੋਂ ਲੋਅਰ ਕੋਰਟ ਨੂੰ ਜਾਰੀ ਕੀਤੀ ਜਾਂਦੀ ਹੈ ਅਗਰ ਲੋਅਰ ਕੋਰਟ ਨੇ ਕੋਈ ਫੈਸਲਾ ਗਲਤ ਦੇ ਦਿੱਤਾ ਹੋਏ ਜਾਂ ਆਪਣੀ ਆਊਟ ਆਫ ਯੂਰਿਸਡਿਕਸ਼ਨ ਦਿੱਤਾ ਹੋਵੇ ਨੈਕਸਟ ਹੈ ਜੀ ਪ੍ਰੋਹਿਬਿਸ਼ਨ ਦਾ ਮਤਲਬ ਕੀ ਹੈ ਟੂ ਫੋਰਬਿਡ ਹਲੇ ਫੈਸਲਾ ਸੁਣਾਇਆ ਨਾ ਗਿਆ ਹੋਵੇ ਪਹਿਲਾਂ ਹੀ ਹਾਇਰ ਕੋਰਟ ਲੋਅਰ ਕੋਰਟ ਨੂੰ ਦੱਸ ਦੇ ਨੈਕਸਟ ਹੈ ਜੀ ਕਿਊ ਵਾਰੰਟੋ ਦਾ ਮਤਲਬ ਕੀ ਹੁੰਦਾ ਹੈ ਬਾਈ ਵਟ ਅਥਾਰਟੀ ਕਿ ਕਿਸ ਅਥਾਰਟੀ ਦੇ ਨਾਲ ਤੁਸੀਂ ਇਸ ਚੇਅਰ ਦੇ ਉੱਤੇ ਬੈਠੇ ਹੋਏ ਹੋ ਸੋ ਇਸ ਦੇ ਰਿਗਾਰਡਿੰਗ ਜਿੰਨੇ ਵੀ ਇੰਪੋਰਟੈਂਟ ਚੀਜ਼ਾਂ ਨੇ ਮੈਂ ਆਲਰੇਡੀ ਤੁਹਾਨੂੰ ਡਿਸਕਸ ਕਰਵਾ ਚੁੱਕੀ ਹਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ ਕੁਐਸਚਨ ਕੀ ਪੁੱਛਿਆ ਗਿਆ
ਕਹਿੰਦੇ ਦ ਆਈਡੀਆ ਆਫ ਇੰਡੀਆ ਐਸ ਵੈਲਫੇਅਰ ਸਟੇਟ ਇਜ਼ ਫਾਊਂਡ ਇਨ, ਕਹਿੰਦੇ ਇੰਡੀਆ ਇੱਕ ਵੈਲਫੇਅਰ ਸਟੇਟ ਹੋਏਗੀ, ਇਸ ਚੀਜ਼ ਦਾ ਆਈਡੀਆ ਕਿਸ ਤੋਂ ਲਗਾਇਆ ਜਾ ਸਕਦਾ ਹੈ ਜਾਂ ਸਾਡੇ ਸੰਵਿਧਾਨ ਦੇ ਵਿੱਚ ਐਸੀ ਕਿ ਕਿਹੜੀ ਚੀਜ਼ ਰੱਖੀ ਗਈ ਹੈ ਜਿਸ ਦੇ ਥਰੂ ਇਹ ਪਤਾ ਲੱਗਦਾ ਹੈ ਕਿ ਅਸੀਂ ਆਪਣੀ ਕੰਟਰੀ ਨੂੰ ਇੱਕ ਵੈਲਫੇਅਰ ਸਟੇਟ ਬਣਾਉਣਾ ਹੈ। ਕੀ ਸਾਡਾ ਜੋ ਪ੍ਰੀਐਮਬਲ ਹੈ ਉਹ ਇਸ ਚੀਜ਼ ਦੀ ਗਰੰਟੀ ਦਿੰਦਾ ਹੈ ਜਾਂ ਇਸ ਚੀਜ਼ ਨੂੰ ਮੈਂਸ਼ਨ ਕਰਦਾ ਹੈ ਕਿ ਸਾਡੀ ਕੰਟਰੀ ਜਾਂ ਸਾਡੀ ਸਟੇਟ ਇੱਕ ਵੈਲਫੇਅਰ ਸਟੇਟ ਹੋਏਗੀ? ਕੀ ਫੰਡਾਮੈਂਟਲ ਡਿਊਟੀਜ਼ ਨੇ, ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਹੈ, ਜਾਂ ਫਿਰ ਏ ਐਂਡ ਸੀ ਦੋਨੋਂ ਹੀ ਨੇ? ਇਹ ਚੀਜ਼ ਤਾਂ ਤੁਹਾਨੂੰ ਪੜ੍ਹ ਕੇ ਹੀ ਪਤਾ ਲੱਗ ਜਾਏਗੀ ਕਿ ਵੈਲਫੇਅਰ ਆਫ ਸਟੇਟ ਦੀ ਗੱਲ ਕਿਸ ਦੇ ਵਿੱਚ ਕੀਤੀ ਗਈ ਹੈ। ਵੈਲਫੇਅਰ ਆਫ ਸਟੇਟ ਦੀ ਗੱਲ ਅੰਡਰ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਦੇ ਵਿੱਚ ਕੀਤੀ ਗਈ ਹੈ। ਤੇ ਇਹ ਆਰਟੀਕਲ ਕਿਸ ਚੀਜ਼ ਦੇ ਵਿੱਚ ਕੰਟੇਨ ਹੁੰਦੇ ਨੇ? ਇਹ ਹੁੰਦੇ ਨੇ ਜੀ ਸਾਡੇ DPSPs ਦੇ ਵਿੱਚ, ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਐਂਡ ਸਟੇਟ ਪਾਲਿਸੀ ਕਿਉਂ ਯੂਜ਼ ਕੀਤੇ ਜਾਂਦੇ ਨੇ? ਇਹ ਉਹ ਕੰਮ ਦੇ ਲਈ ਯੂਜ਼ ਕੀਤੇ ਜਾਂਦੇ ਨੇ ਜਦੋਂ ਸਾਡੀ ਸਟੇਟ ਨੇ ਆਪਣੇ ਆਉਣ ਵਾਲੇ ਸਮੇਂ ਦੇ ਲਈ ਦੇਸ਼ ਦੀ ਇੰਪਰੂਵਮੈਂਟ ਦੇ ਲਈ ਅਗਰ ਕੋਈ ਪਾਲਿਸੀ ਬਣਾਉਣੀ ਹੈ ਤਾਂ ਉਹਨਾਂ ਪਾਲਿਸੀਜ਼ ਨੂੰ ਬਣਾਇਆ ਜਾਂਦਾ ਹੈ ਇਹਨਾਂ DPSPs ਨੂੰ ਯੂਜ਼ ਕਰਕੇ। ਸੋ ਸਿੱਧਾ ਸਿੱਧਾ ਕਨੈਕਟ ਹੈ ਕਿ ਕਿਸ ਦੇ ਨਾਲ ਕਨੈਕਸ਼ਨ ਹੈ? ਸਿੱਧਾ ਸਿੱਧਾ ਕਿ ਸਾਡੀ ਸਟੇਟ ਇੱਕ ਵੈਲਫੇਅਰ ਸਟੇਟ ਹੋਏਗੀ, ਇਸ ਚੀਜ਼ ਬਾਰੇ ਕਨਸਟੀਟਿਊਸ਼ਨ ਦੇ ਵਿੱਚ ਕਿੱਥੇ ਜ਼ਿਕਰ ਕੀਤਾ ਹੋਇਆ ਹੈ? ਤਾਂ DPSPs ਦੇ ਵਿੱਚ। DPSPs ਅੰਡਰ ਆਰਟੀਕਲ 36 to 51 ਨੇ ਜੀ। ਇਹ ਤਿੰਨ ਤਰੀਕੇ ਦੇ ਨੇ, ਇੱਕ ਲਿਬਰਲ, ਇੱਕ ਗਾਂਧੀਅਨ ਪ੍ਰਿੰਸੀਪਲ, ਲਿਬਰਲ ਪ੍ਰਿੰਸੀਪਲ ਤੇ ਸੋਸ਼ਲ ਪ੍ਰਿੰਸੀਪਲ। ਤਿੰਨ ਤਰੀਕੇ ਦੇ ਸਾਡੇ ਡਾਇਰੈਕਟਿਵ ਪ੍ਰਿੰਸੀਪਲ ਨੇ। ਤੇ ਜੋ ਸਾਡੇ DPSPs ਨੇ ਨਾ ਤਾਂ ਉਹ ਜਸਟਿਸੇਬਲ ਨੇ ਤੇ ਨਾ ਹੀ ਉਹ ਇਨਫੋਰਸੇਬਲ ਨੇ। ਠੀਕ ਹੈ ਜੀ, ਨਾਟ ਇਨਫੋਰਸੇਬਲ ਐਂਡ ਨਾਟ ਜਸਟਿਸੇਬਲ ਸਾਡੇ DPSPs ਨੇ। ਇਹ ਤੁਸੀਂ ਦੱਸੋਗੇ ਕਿ ਕਿਸ ਕੰਟਰੀ ਤੋਂ ਅਡਾਪਟ ਕੀਤੇ ਨੇ ਅਸੀਂ DPSP। ਸੋ ਇਸ ਕੁਐਸਚਨ ਦਾ ਆਨਸਰ ਕੀ ਹੈ? ਆਪਸ਼ਨ ਸੀ ਇਜ਼ ਅ ਰਾਈਟ ਆਨਸਰ ਕਿ ਸਾਡੀ ਸਟੇਟ ਇੱਕ ਵੈਲਫੇਅਰ ਸਟੇਟ ਹੋਏਗੀ। ਇਸ ਚੀਜ਼ ਦਾ ਆਈਡੀਆ ਸਾਨੂੰ ਕਿੱਥੋਂ ਲੱਗਦਾ ਹੈ? ਸਾਡੇ DPSPs ਤੋਂ ਲੱਗਦਾ ਹੈ। ਤੇ ਇਸ ਚੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਕਿ DPSPs ਦਾ ਕਨਸੈਪਟ ਅਸੀਂ ਕਿਸ ਕੰਟਰੀ ਤੋਂ ਅਡਾਪਟ ਕੀਤਾ ਹੈ। ਰਹੀ ਗੱਲ ਆਪਾਂ ਕਰੀਏ ਸੈਕਿੰਡ ਆਪਸ਼ਨ ਦੀ, ਫੰਡਾਮੈਂਟਲ ਰਾਈਟਸ ਦੀ, ਤਾਂ ਫੰਡਾਮੈਂਟਲ ਰਾਈਟਸ ਸਭ ਨੂੰ ਪਤਾ ਹੈ ਅੰਡਰ ਆਰਟੀਕਲ 12 to 35 ਨੇ ਜੀ ਸਾਡੇ ਫੰਡਾਮੈਂਟਲ ਰਾਈਟਸ। ਕਿੰਨੇ ਫੰਡਾਮੈਂਟਲ ਰਾਈਟਸ ਨੇ ਜੀ? ਸਾਡੇ 6 ਫੰਡਾਮੈਂਟਲ ਰਾਈਟਸ ਨੇ। ਕਿਹੜੇ ਨੇ? ਰਾਈਟ ਟੂ ਫਰੀडम, ਫਸਟ ਹੈ ਇਕੁਐਲਿਟੀ ਬਿਫੋਰ ਲਾਅ ਵਾਲਾ, ਤੇ ਰਾਈਟ ਟੂ ਫਰੀडम ਹੋ ਗਿਆ, ਰਾਈਟ ਟੂ ਇਕੁਐਲਿਟੀ ਹੋ ਗਿਆ, ਰਾਈਟ ਟੂ ਫਰੀडम ਹੋ ਗਿਆ, ਰਾਈਟ ਅਗੇਂਸਟ ਐਕਸਪਲੋਇਟੇਸ਼ਨ ਹੋ ਗਿਆ, ਕਲਚਰਲ ਐਂਡ ਐਜੂਕੇਸ਼ਨਲ ਰਾਈਟ ਹੋ ਗਏ। ਨੈਕਸਟ ਆਪਣੇ ਆ ਜਾਂਦੇ ਨੇ ਕਨਸਟੀਟਿਊਸ਼ਨਲ ਰੈਮੇਡੀਜ਼। ਠੀਕ ਹੈ ਜੀ, ਇਹ ਸਾਡੇ ਫੰਡਾਮੈਂਟਲ ਰਾਈਟਸ ਨੇ। ਤੇ ਫੰਡਾਮੈਂਟਲ ਰਾਈਟਸ ਅਸੀਂ ਕਿਸ ਕੰਟਰੀ ਤੋਂ ਅਡਾਪਟ ਕੀਤੇ ਨੇ? ਤਾਂ ਆਨਸਰ ਹੋਏਗਾ USA ਤੋਂ ਅਸੀਂ ਫੰਡਾਮੈਂਟਲ ਰਾਈਟਸ ਨੂੰ ਅਡਾਪਟ ਕੀਤਾ। ਐਂਡ ਥਰਡ ਚੀਜ਼, ਜੋ ਫੰਡਾਮੈਂਟਲ ਰਾਈਟਸ ਨੇ ਉਹ ਸਾਡੇ ਜਸਟਿਸੇਬਲ ਵੀ ਨੇ ਤੇ ਉਹ ਸਾਡੇ ਇਨਫੋਰਸੇਬਲ ਵੀ ਨੇ, ਜੋ ਸਾਡੇ ਫੰਡਾਮੈਂਟਲ ਰਾਈਟਸ ਨੇ। ਅਗਰ ਪ੍ਰੀਐਮਬਲ ਆਫ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਸਾਡੇ ਪ੍ਰੀਐਮਬਲ ਨੂੰ ਕਿਸ ਬੇਸ ਦੇ ਉੱਤੇ ਬਣਾਇਆ ਗਿਆ? ਤਾਂ ਆਬਜੈਕਟਿਵ ਰੈਜ਼ੋਲੂਸ਼ਨ ਦੇ ਉੱਤੇ ਬਣਾਇਆ ਗਿਆ। ਇਹ ਆਬਜੈਕਟਿਵ ਰੈਜ਼ੋਲੂਸ਼ਨ ਕਿਸ ਦੇ ਦੁਆਰਾ ਲਿਆ ਗਿਆ ਸੀ? ਜਵਾਹਰ ਲਾਲ ਨਹਿਰੂ ਦੇ ਦੁਆਰਾ ਲਿਆ ਗਿਆ ਸੀ। ਕਦੋਂ ਲਿਆ ਗਿਆ ਸੀ? 13 ਦਸੰਬਰ 1946 ਨੂੰ ਇਹ ਲਿਆ ਗਿਆ ਸੀ। ਤੇ ਇਸ ਨੂੰ ਪਾਸ ਕਦੋਂ ਕਰਵਾਇਆ ਗਿਆ ਸੀ? 22 ਜਨਵਰੀ 1947 ਨੂੰ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਵਾਇਆ ਗਿਆ ਸੀ। ਤੇ ਸਾਡੇ ਪ੍ਰੀਐਮਬਲ ਕੀ ਹੈ? ਪ੍ਰੀਐਮਬਲ ਸਾਡੇ ਸੰਵਿਧਾਨ ਦਾ ਇੱਕ ਇੰਡੈਕਸ ਹੈ ਜਿਸ ਨੂੰ ਇੱਕ ਵਾਰ ਅਮੈਂਡ ਕੀਤਾ ਗਿਆ। ਕਦੋਂ ਅਮੈਂਡ ਕੀਤਾ ਸੀ? 1976 ਦੇ ਵਿੱਚ 42nd ਅਮੈਂਡਮੈਂਟ ਦੇ ਨਾਲ ਪ੍ਰੀਐਮਬਲ ਨੂੰ ਕੀ ਕੀਤਾ ਗਿਆ? ਅਮੈਂਡ ਕੀਤਾ ਗਿਆ, ਜਿਸ ਦੇ ਵਿੱਚ ਵਰਡਸ ਨੂੰ ਐਡ ਕੀਤਾ ਗਿਆ ਸੀ। ਉਹ ਕਿਹੜੇ ਵਰਡ ਸੀ? ਉਹ ਸੀ ਜੀ ਸਾਡੇ ਸੈਕੂਲਰ, ਸੋਸ਼ਲਿਸਟ ਐਂਡ ਇੰਟੀਗ੍ਰਿਟੀ। ਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਵਰਡਸ ਦੀ ਸੀਕੁਐਂਸ ਕੀ ਹੋਏਗੀ? ਸਭ ਤੋਂ ਪਹਿਲਾਂ ਕੀ ਹੋਏਗਾ? ਦੈਨ ਤੁਹਾਡਾ ਪਹਿਲਾ ਸੋਵਰਨ, ਫਿਰ ਸੋਸ਼ਲਿਸਟ, ਫਿਰ ਸੈਕੂਲਰ, ਫਿਰ ਡੈਮੋਕ੍ਰੈਟਿਕ, ਦੈਨ ਕੀ ਹੋਏਗਾ ਸਾਡਾ ਰਿਪਬਲਿਕਨ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ। ਫਸਟਲੀ ਕੁਐਸਚਨ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਐਗਜ਼ਾਮੀਨਰ ਦੇ ਕੁਐਸਚਨ ਦੇ ਥਰੂ ਡਿਮਾਂਡ ਕੀ ਹੈ। ਕੁਐਸਚਨ ਹੈ ਥਰਡ ਅੱਜ ਦੀ ਸੀਰੀਜ਼ ਦਾ, ਕਹਿੰਦੇ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚਡ। ਕਹਿੰਦੇ ਨੀਚੇ ਦਿੱਤੇ ਦੇ ਵਿੱਚੋਂ ਤੁਹਾਨੂੰ ਮੈਚ ਆਫ ਕਾਲਮ ਦਿੱਤੀ ਗਈ ਹੈ ਕਿ ਕਿਹੜੀ ਚੀਜ਼ ਕਿਸ ਪਾਰਟ ਦੇ ਅੰਡਰ ਹੈ। ਸਭ ਨੂੰ ਪਤਾ ਹੋਏਗਾ ਕਿ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਤਾਂ ਉਸ ਦੇ ਵਿੱਚ 395 ਆਰਟੀਕਲ ਸਨ, 8 ਸ਼ਡਿਊਲ ਸਨ
ਤੇ 22 ਕੀ ਸਨ ਪਾਰਟ ਸਨ। ਇਹ ਕਦੋਂ ਦੀ ਗੱਲ ਕਰ ਰਹੀ ਹਾਂ, ਇਹ ਮੈਂ 1950 ਦੇ ਵਿੱਚ ਜਦੋਂ ਸਾਡਾ ਸੰਵਿਧਾਨ ਕੀ ਹੋਇਆ ਸੀ, ਲਾਗੂ ਹੋਇਆ ਸੀ। ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਘੜੀ ਦੇ ਵਿੱਚ 465 ਸਾਡੇ ਕੀ ਹੋ ਚੁੱਕੇ ਨੇ, ਆਰਟੀਕਲ ਹੋ ਚੁੱਕੇ ਨੇ, 12 ਸਾਡੇ ਸ਼ਡਿਊਲ ਨੇ ਤੇ 25 ਸਾਡੇ ਕੀ ਨੇ, ਪਾਰਟਸ ਨੇ। ਤੇ ਇੱਥੇ ਦੱਸਿਆ ਗਿਆ ਕਿ ਕਿਹੜੇ ਪਾਰਟ ਦੇ ਵਿੱਚ ਕਿਹੜੀ ਚੀਜ਼ ਰੱਖੀ ਗਈ ਹੈ, ਬਟ ਪੁੱਛਿਆ ਗਿਆ ਕਿ ਕਿਹੜੀ ਚੀਜ਼ ਨੂੰ ਕਰੈਕਟਲੀ ਮੈਚ ਨਹੀਂ ਕੀਤਾ ਗਿਆ। ਸਭ ਨੂੰ ਪਤਾ ਹੋਏਗਾ ਕਿ ਫਸਟ ਪਾਰਟ ਦੇ ਅੰਡਰ ਕੀ ਹੈ, ਫਸਟ ਪਾਰਟ ਦੇ ਅੰਡਰ ਯੂਨੀਅਨ ਐਂਡ ਟੈਰੀਟਰੀਜ਼ ਹੈ। ਸੈਕਿੰਡ ਪਾਰਟ ਦੇ ਅੰਡਰ ਹੈ ਜੀ, ਇਹ ਨੇ ਜੀ ਸਾਡੇ ਆਰਟੀਕਲ 1 to 4 ਆਰਟੀਕਲ। ਸੈਕਿੰਡ ਪਾਰਟ ਦੇ ਅੰਡਰ ਹੈ ਜੀ ਸਾਡੀ ਸਿਟੀਜ਼ਨਸ਼ਿਪ, ਬਿਲਕੁਲ ਸਹੀ ਹੈ। ਤੇ ਕਿਸ ਆਰਟੀਕਲ ਦੇ ਅੰਡਰ ਹੈ, ਇਹ ਹੈ ਜੀ ਸਾਡੇ 5 to 11 ਆਰਟੀਕਲ ਦੇ ਅੰਡਰ ਹੈ ਸਿਟੀਜ਼ਨਸ਼ਿਪ। ਪਾਰਟ 3 ਦੀ ਗੱਲ ਕਰੀਏ ਤਾਂ ਕਹਿੰਦੇ ਫੰਡਾਮੈਂਟਲ ਰਾਈਟਸ, ਬਿਲਕੁਲ ਸਹੀ। 12 ਤੋਂ ਲੈ ਕੇ 35 ਆਰਟੀਕਲ ਦੇ ਅੰਡਰ ਹੈ ਜੀ ਸਾਡੇ फंडामेंटल राइट्स अंडर पार्ट 3। नेक्स्ट है पार्ट 4 डायरेक्टिव प्रिंसिपल एंड स्टेट पॉलिसी, बिल्कुल सही। आर्टिकल 36 टू लेके 51 तक पार्ट 4 दे अंडर आते ने साडे डायरेक्टिव प्रिंसिपल एंड स्टेट पॉलिसी। अगर 5th पार्ट की गल करिए, कहते 5th पार्ट दे विच है साडी फंडामेंटल ड्यूटीज, बिल्कुल गलत, ठीक है जी। फंडामेंटल ड्यूटीज साडियां आउंदियां ने पार्ट 4th ए दे अंडर, ठीक है जी। पार्ट 4th ए आर्टिकल है जी साडा 51 ए दे अंडर सानू तुहानू की मिलेगा, फंडामेंटल ड्यूटीज मिलणगियां। हुण तुसीं मैनू दसोगे कि पार्ट 5th दे अंदर की पाया जांदा है, कमेंट बॉक्स दे विच। फंडामेंटल ड्यूटीज नू ऐड किया गया सी 40 किस अमेंडमेंट दे नाल, 44th अमेंडमेंट 1978 दे नाल की किया गया सी, साडी फंडामेंटल ड्यूटीज नू ऐड किया गया सी साडे संविधान दे विच। ते जो फंडामेंटल ड्यूटीज ने इन्हां नू ऐड किया गया सी तां इनिशियली किहड़ियां फंडामेंटल ड्यूटीज ऐड हुईयां सी, किन्नियां 10 फंडामेंटल ड्यूटीज ऐड हुईयां सी ते एक, बट एट प्रेजेंट साडियां किन्नियां फंडामेंटल ड्यूटीज ने, 11 फंडामेंटल ड्यूटीज ने। ते 11th फंडामेंटल ड्यूटी असी कदों ऐड की सी, ये की गई सी जी 86 अमेंडमेंट दे नाल। किस अमेंडमेंट दे नाल, 86 अमेंडमेंट दे नाल असी 11th फंडामेंटल ड्यूटी की गई सी, ऐड की गई सी। सो नेक्स्ट क्वेश्चन दे मूव करते हैं। नेक्स्ट क्वेश्चन है, कहते द वेकेंट पोस्ट ऑफ प्रेसिडेंट टू बी फिल्ड विद इन, कहते जिहड़ी जेकर साडे प्रेसिडेंट दी सीट खाली होवे तां कहते उहनूं किन्ने टाइम दे विच फिल कीता जाया जाना चाहिदा। हो सकदा है वेकेंट कदों हुंदी है, जां तां ड्यूरिंग टाइम पीरियड प्रेसिडेंट दी डेथ होवे, जां उसनूं अंडर आर्टिकल 61 इंपीच कर दिता गया होवे, ठीक है जी, जां फिर अपना रिजाइन दे दे। तो इन्हां केसिस दे विच पुछया गया है कि किन्ने टाइम पीरियड दे अंदर जिहड़ी साडी प्रेसिडेंट दी पोस्ट है उसनूं की कीता जाना चाहिदा, रिफिल कीता जाना चाहिदा। तो आंसर होएगा मैक्सिमम ऑप्शन बी 6 मंथ दे अंडर। कोईड़ा आर्टिकल है जो कहता है साडा प्रेसिडेंट होएगा, तो 52 आर्टिकल है जो कहता है देयर शैल बी अ प्रेसिडेंट इन इंडिया। इस तो इलावा 61 आर्टिकल दे अंडर असी प्रेसिडेंट नूं इंपीच कर सकते हैं। मैक्सिमम उम्र कितनी होनी चाहिए है, प्रेसिडेंट बनने दे लई 35 साल पूरे कर दिते होने चाहिए ने। अगर प्रेसिडेंट की सीट आप देख चुके हैं कि कदों कदों वेकेंट होंदी है, अंडर आर्टिकल 72 प्रेसिडेंट कोल की है, अंडर आर्टिकल 72 प्रेसिडेंट को पार्डन पावर है। अंडर आर्टिकल 74 की कहता है, आर्टिकल 74 कहता है कि जो साडे प्राइम मिनिस्टर ने ते उसकी काउंसिल ऑफ मिनिस्टर है वो उसकी एड एंड एडवाइस दे नाल ही प्रेसिडेंट की करेगा, काम करेगा। आर्टिकल 75 की कहता है कि जो साडे प्राइम मिनिस्टर ने उन्होंने अपॉइंट किया जाएगा प्रेसिडेंट के द्वारा, तो काउंसिल ऑफ मिनिस्टर्स नूं भी अपॉइंट किया जाएगा प्रेसिडेंट के द्वारा, बट विद द रिकमेंडेशन ऑफ प्रेसिडेंट। सो अंडर आर्टिकल 10111 प्रेसिडेंट को पावर हुंदी है किसी बिल के उत्ते अपनी एंसन देन दी। अंडर आर्टिकल 123 की हुंदा है, अंडर आर्टिकल 123 जो साडे प्रेसिडेंट है उन्हां कोल ऑर्डीनेंस मेकिंग पावर हुंदी है। सो ये आर्टिकल भी साडे इंपॉर्टेंट ने। अगर साडी पोस्ट वेकेंट हो जाए प्रेसिडेंट की तो विद इन 6 मंथ की करनी पैंदी है, उसनूं रीफिल करना पैंदा है। सो मूव टू नेक्स्ट क्वेश्चन दे आपां मूव करदे हां। नेक्स्ट क्वेश्चन है जी अज दी सीरीज दा, कहते एटलीस्ट हाउ मेनी डेज ऑफ प्रायर नोटिस इज रिक्वायर्ड फॉर द इंपीचमेंट ऑफ प्रेसिडेंट ऑफ द इंडिया। कहते अगर प्रेसिडेंट ऑफ इंडिया नू इंपीच करना है
ठीक है जी। ਇੰਪੀਚ ਕੀ ਕਰਨਾ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਨੂੰ ਉਸਦੀ ਪੋਸਟ ਤੋਂ ਉਤਾਰਨਾ, ਉਸਦੀ ਕੁਰਸੀ ਤੋਂ ਰਿਮੂਵ ਕਰਨਾ ਹੈ। ਤਾਂ ਕਹਿੰਦੇ ਪ੍ਰੈਜ਼ੀਡੈਂਟ ਨੂੰ ਹਾਊ ਮੈਨੀ ਡੇਜ਼ ਪਹਿਲਾਂ ਕੀ ਦੇਣਾ, ਪ੍ਰਾਇਰ ਨੋਟਿਸ ਦੇਣਾ ਪੈਂਦਾ ਹੈ, ਕਿੰਨੇ ਦਿਨ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ। ਸੋ ਇਹ ਕੁਐਸਚਨ ਦਾ ਆਨਸਰ ਸਭ ਨੂੰ ਪਤਾ ਹੋਏਗਾ ਕਿ ਕਿੰਨੇ ਦਿਨ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ ਅਗਰ ਪ੍ਰੈਜ਼ੀਡੈਂਟ ਨੂੰ ਉਸਨੂੰ ਇੰਪੀਚ ਕਰਨਾ ਹੈ। ਫਸਟਲੀ ਇੰਪੀਚਮੈਂਟ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ, ਆਰਟੀਕਲ 61 ਦੇ ਅੰਡਰ ਹੁੰਦੀ ਹੈ। ਇੰਪੀਚਮੈਂਟ ਦਾ ਪ੍ਰੋਸੈਸ ਅਸੀਂ ਕਿਸ ਕੰਟਰੀ ਤੋਂ ਅਡਾਪਟ ਕੀਤਾ ਹੈ, USA ਤੋਂ ਅਡਾਪਟ ਕੀਤਾ ਹੈ। ਤੇ ਇਸ ਕੁਐਸਚਨ ਦਾ ਆਨਸਰ ਵੀ ਆਲਮੋਸਟ ਸਾਰੇ ਬੱਚਿਆਂ ਨੂੰ ਪਤਾ ਹੋਏਗਾ, ਆਪਸ਼ਨ ਬੀ 14 ਡੇਜ਼, ਕਿੰਨੇ 14 ਦਿਨ ਦਾ ਪਹਿਲਾਂ ਪ੍ਰਾਇਰ ਨੋਟਿਸ ਦੇਣਾ ਪੈਂਦਾ ਹੈ ਪ੍ਰੈਜ਼ੀਡੈਂਟ ਨੂੰ। ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ ਦੇ ਉੱਤੇ ਮੂਵ ਕਰਦੇ ਹਾਂ। ਓਕੇ, ਸੋ ਨੈਕਸਟ ਕੁਐਸਚਨ ਹੈ ਕਹਿੰਦੇ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੈਜ਼ੀਡੈਂਟ, ਓਕੇ ਜੀ ਓਕੇ, ਕਹਿੰਦੇ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇੰਜੋਏ ਦਾ ਪਾਵਰ ਟੂ ਵਿਦਹੋਲਡ ਹਿਜ਼ ਐਸੈਂਟ ਟੂ ਐਨੀ ਬਿੱਲ ਪਾਸਡ ਬਾਈ ਬੋਥ ਹਾਊਸਿਸ ਆਫ ਦਾ ਪਾਰਲੀਮੈਂਟ। ਕਹਿੰਦੇ ਜਦੋਂ ਜਿਹੜਾ ਕੋਈ ਵੀ ਬਿੱਲ ਹੈ ਜੋ ਪਾਸ ਹੋ ਜਾਂਦਾ ਹੈ ਦੋਨਾਂ ਹਾਊਸਿਸ ਦੇ ਵਿੱਚੋਂ, ਲੋਕ ਸਭਾ ਤੇ ਰਾਜ ਸਭਾ ਦੇ ਕੋਲ, ਤਾਂ ਪੁੱਛਿਆ ਗਿਆ ਹੈ ਕਿ ਕਿਸ ਆਰਟੀਕਲ ਦੇ ਅੰਡਰ ਫਿਰ ਉਹ ਬਿੱਲ ਪ੍ਰੈਜ਼ੀਡੈਂਟ ਕੋਲ ਹੁੰਦਾ ਹੈ। ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ ਕਿ ਉਸ ਬਿੱਲ ਦੇ ਉੱਤੇ ਸਾਈਨ ਕਰਨੇ ਨੇ, ਨਹੀਂ ਕਰਨੇ, ਆਪਣੀ ਐਸੈਂਟ ਦੇਣੀ ਹੈ, ਨਹੀਂ ਦੇਣੀ, ਵਿਦਹੋਲਡ ਕਰਨੀ ਹੈ ਜਾਂ ਫਿਰ ਰੀਕਨਸੀਡਰ ਕਰਨ ਦੇ ਲਈ ਭੇਜਣੀ ਹੈ। ਤਾਂ ਪੁੱਛਿਆ ਗਿਆ ਕਿ ਕਿਸ ਆਰਟੀਕਲ ਦੇ ਅੰਡਰ। ਤਾਂ ਤੁਸੀਂ ਇਸ ਕੁਐਸਚਨ ਨੂੰ ਮੈਂ ਪ੍ਰੀਵੀਅਸ ਕੁਐਸਚਨ ਲਾਸਟ ਕੁਐਸਚਨ ਦੇ ਵਿੱਚ ਆਲਰੇਡੀ ਦੱਸ ਚੁੱਕੀ ਹਾਂ ਕਿ ਜੋ ਸਾਡੇ ਪ੍ਰੈਜ਼ੀਡੈਂਟ ਹੈ ਉਸ ਕੋਲ ਜੋ ਐਸੈਂਟ ਹੁੰਦੀ ਹੈ ਉਹ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ। ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਮੈਨੂੰ ਕਿਸ ਦੇ ਵਿੱਚ ਕਰੋਗੇ, ਕਮੈਂਟ ਬਾਕਸ ਦੇ ਵਿੱਚ ਕਰੋਗੇ ਕਿ ਇਸ ਦਾ ਜੋ ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ ਐਸੈਂਟ ਦੇਣ ਦੀ ਉਹ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ ਜੀ। ਉਹ ਹੁੰਦੀ ਹੈ ਆਪਸ਼ਨ ਡੀ ਆਰਟੀਕਲ 111 ਦੇ ਅੰਡਰ। ਠੀਕ ਹੈ ਜੀ, 111 ਜੋ ਆਰਟੀਕਲ ਹੈ ਉਸ ਦੇ ਅੰਡਰ ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ। ਆਰਟੀਕਲ 108 ਕੀ ਹੁੰਦਾ ਹੈ ਜੀ, ਆਰਟੀਕਲ 10 ਹੁੰਦਾ ਹੈ ਜੁਆਇੰਟ ਸਿਟਿੰਗ। ਜੁਆਇੰਟ ਸਿਟਿੰਗ ਜੋ ਕੀਤੀ ਜਾਂਦੀ ਹੈ ਦੋਨਾਂ ਹਾਊਸਿਸ ਦੇ ਵਿੱਚ ਉਹ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ, ਆਰਟੀਕਲ 108 ਦੇ ਅੰਡਰ ਹੁੰਦੀ ਹੈ। ਤੇ ਇਸ ਜੁਆਇੰਟ ਸਿਟਿੰਗ ਨੂੰ ਪ੍ਰਸਾਈਡ ਕੌਣ ਕਰਦਾ ਹੈ, ਤਾਂ ਇਸ ਚੀਜ਼ ਨੂੰ ਪ੍ਰਸਾਈਡ ਕਰਦੇ ਨੇ ਪ੍ਰੈਜ਼ੀਡੈਂਟ ਕੌਣ ਹੁੰਦੇ ਨੇ, ਲੋਕ ਸਭਾ ਦੇ ਸਪੀਕਰ ਹੁੰਦੇ ਨੇ, ਸਪੀਕਰ ਆਫ ਲੋਕ ਸਭਾ। ਜੁਆਇੰਟ ਸਿਟਿੰਗ ਕਿਉਂ ਬੈਠਦੀ ਹੈ, ਅਗਰ ਕਿਸੇ ਬਿੱਲ ਦੇ ਉੱਤੇ ਡੈਡਲੌਕ ਹੋ ਜੇ ਕਿ ਉਹ ਕਿਸੇ ਹਾਊਸ ਦੇ ਵਿੱਚੋਂ ਪਾਸ ਨਹੀਂ ਹੋ ਰਿਹਾ, ਇੱਕ ਦੇ ਵਿੱਚੋਂ ਪਾਸ ਹੋ ਰਿਹਾ ਦੂਸਰੇ ਦੇ ਵਿੱਚੋਂ ਪਾਸ ਨਹੀਂ ਹੋ ਰਿਹਾ, ਤਾਂ ਉਸ ਕੇਸ ਦੇ ਵਿੱਚ ਜੁਆਇੰਟ ਸਿਟਿੰਗ ਹੁੰਦੀ ਹੈ ਅੰਡਰ ਆਰਟੀਕਲ 108। ਨੈਕਸਟ ਹੈ ਜੀ ਸਾਡਾ, ਸੋ ਨੈਕਸਟ ਕੁਐਸਚਨ ਦੇ ਉੱਤੇ ਮੂਵ ਕਰਦੇ ਹਾਂ। ਆਰਟੀਕਲ 63 ਕੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਸੋ ਮੂਵ ਟੂ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅਪਾਇੰਟਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਮੈਂ ਸਭ ਇਹ ਚੀਜ਼ ਸਭ ਨੂੰ ਪਤਾ ਹੋਏਗਾ ਕਿ ਪ੍ਰੈਜ਼ੀਡੈਂਟ ਵੱਲੋਂ ਬਹੁਤ ਜਿਹੜੇ ਆਪਣੇ ਪੋਸਟ ਹੈ ਉਹਨਾਂ ਦੇ ਉੱਤੇ ਅਪਾਇੰਟਮੈਂਟ ਕੀਤੀਆਂ ਜਾਂਦੀਆਂ। ਤੇ ਪੁੱਛਿਆ ਗਿਆ ਕਿ ਕਿਹੜੀ ਅਪਾਇੰਟਮੈਂਟ ਹੈ ਜਿਹੜੀ ਕਿਸੇ ਦੁਆਰਾ नहीं, सॉरी विच ऑफ द फॉलोइंग इज नॉट, हाँ जी जेडी अपॉइंटमेंट प्रेसिडेंट दे द्वारा नहीं की जाती। नीचों शुरू करते हैं, अगर चीफ इलैक्शन कमिश्नर की गल करिए तो की वो प्रेसिडेंट के द्वारा अपॉइंट किया जाता है, बिल्कुल सही जी। चीफ इलैक्शन कमिश्नर अपॉइंट किया जाता है किसके द्वारा, प्रेसिडेंट के द्वारा। तो चीफ इलैक्शन कमिशन सॉरी अपना इलैक्शन कमिशन ऑफ इंडिया किस आर्टिकल के अंडर है, आर्टिकल 324 ਦੇ ਅੰਡਰ ਹੈ। ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਕਨਸਟੀਟਿਊਸ਼ਨਲ ਬਾਡੀ ਹੈ। ਕੀ ਹੈ, ਇੱਕ ਸਾਡੀ ਕਨਸਟੀਟਿਊਸ਼ਨਲ ਬਾਡੀ ਹੈ। ਅਗਰ यूपीएससी यूनियन पब्लिक सर्विस कमिशन ਦੀ ਗੱਲ ਕਰੀਏ ਤਾਂ ਇਸ ਦਾ ਆਰਟੀਕਲ ਹੈ ਜੀ 315 ਤੇ ਇਹ ਵੀ ਸਾਡੀ ਕੀ ਹੈ, ਕਨਸਟੀਟਿਊਸ਼ਨਲ ਬਾਡੀ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ, यूनियन स्टेट पब्लिक सर्विस कमिशन ਦੀ ਗੱਲ ਕਰੀਏ ਜਾਂ ਫਿਰ ਆਪਣਾ ਨੈਸ਼ਨਲ ਕਮਿਸ਼ਨ ਫॉर एससीज, ਨੈਸ਼ਨਲ ਕਮਿਸ਼ਨ फॉर एसटीज ट्रिब्यूनल्स ਤੇ ਨੈਸ਼ਨਲ ਕਮਿਸ਼ਨ फॉर बीसीज, ਇਹ ਸਾਰੇ ਕੀ ਨੇ, ਕਨਸਟੀਟਿਊਸ਼ਨਲ ਬਾਡੀ ਨੇ। ਨੀਤੀ ਆਯੋਗ, ਨੈਸ਼ਨਲ ਕਮਿਸ਼ਨ ਫॉर ਹਿਊਮਨ ਰਾਈਟਸ, ਨੈਸ਼ਨਲ ਕਮਿਸ਼ਨ ਫॉर ਵੀਮਨ, ਨੈਸ਼ਨਲ ਕਮਿਸ਼ਨ फॉर ਮਾਈਨੋਰਿਟੀਜ਼, ਥੀਸ ਆਲ ਆਰ ਕੀ ਨੇ ਸਾਡੀਆਂ ਐਕਸਟਰਾ ਕਨਸਟੀਟਿਊਸ਼ਨਲ ਬਾਡੀਜ਼। ਕਹਿੰਦੇ ਗਵਰਨਰ ਨੂੰ ਕੀ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ, ਬਿਲਕੁਲ ਸਹੀ, ਗਵਰਨਰ ਨੂੰ ਵੀ ਪ੍ਰੈਜ਼ੀਡੈਂਟ ਦੇ ਦੁਆਰਾ ਹੀ ਅਪਾਇੰਟ ਕੀਤਾ ਜਾਂਦਾ ਹੈ। ਗਵਰਨਰ ਦਾ ਆਰਟੀਕਲ ਹੈ ਜੀ 153 ਹੈ ਜੀ ਸਾਡਾ ਗਵਰਨਰ ਦਾ।
ਨੈਕਸਟ ਹੈ ਪ੍ਰਾਈਮ ਮਿਨਿਸਟਰ। ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਆਰਟੀਕਲ 75 ਦੇ ਅੰਡਰ ਪ੍ਰਾਈਮ ਮਿਨਿਸਟਰ ਨੂੰ ਵੀ ਅਪਾਇੰਟ ਕੀਤਾ ਜਾਂਦਾ ਹੈ, ਕਿਸ ਦੇ ਦੁਆਰਾ? ਪ੍ਰੈਜ਼ੀਡੈਂਟ ਦੇ ਦੁਆਰਾ। अगर गल करिए वाइस प्रेसिडेंट दी तो इस क्वेश्चन का आंसर है जी ऑप्शन ए, वाइस प्रेसिडेंट नू इलैक्ट करन दे लई एक इलैक्टोरल कॉलेज बनाया जाता है। सो वाइस प्रेसिडेंट नू वाइस प्रेसिडेंट दे द्वारा अपॉइंट नहीं किया जाता। वाइस प्रेसिडेंट अपना रिजाइन किस नू देंदे ने? प्रेसिडेंट नू। एंड प्रेसिडेंट अपना रिजाइन किस नू देंदे ने? वाइस प्रेसिडेंट नू। अगर प्रेसिडेंट अपनी पोस्ट दे उत्ते नहीं हुंदे तां वाइस प्रेसिडेंट एज अ प्रेसिडेंट की करते हैं? सर्व करते हैं। नैक्सट क्वेश्चन है जी अज दी सीरीज का, द वाइस प्रेसिडेंट मे बी रिमूव्ड फ्रॉम दिस ऑफिस बाय रेजोल्यूशन ऑफ। कहते जो वाइस प्रेसिडेंट है, अगर वाइस प्रेसिडेंट नू अपनी कुर्सी के उत्तों उतारना है, चाहे उसनू उसकी पोस्ट के उत्तों रिमूव करना है, तो ये एक रेजोल्यूशन पास किया जाता है, सेम एज इट इज जिवें प्रेसिडेंट लिए किया जाता है। तो पूछा गया कि इस रेजोल्यूशन नू इनिशिएट कित्थे किया जाता है? शुरुआत कित्थे की जाती है? काउंसिल ऑफ मिनिस्टर्स के द्वारा? बिल्कुल नहीं। कैबिनेट के द्वारा? बिल्कुल नहीं। लोक सभा के द्वारा? बिल्कुल भी नहीं, बिकॉज लोक सभा का जो वाइस प्रेसिडेंट है वह की हुंदा, मैंबर भी नहीं हुंदे। सो तो इसनू जो रिमूव किया जाता है, जो रेजोल्यूशन किया जाता है काउंसिल ऑफ स्टेट, मतलब कि राज्य सभा दे द्वारा ही किया जाता है। राज्य सभा दे विच मैक्सिमम किन्ने मैंबर हो सकते हैं? 250। 550 अज की गल करिए तो 543, इत्थे गल करिए तो 245 मैंबरस हो सकते हैं। होपफुली गल क्लीयर होएगी कि अगर असी प्रेसिडेंट रिमूव करना है तो इस चीज़ का रेजोल्यूशन एनी हाउस, चाहे लोक सभा चाहे वो राज्य सभा दे विच किया जा सकता है। अगर असी रिमूव करना है वाइस प्रेसिडेंट नू, तो ये रेजोल्यूशन कित्थे होएगा? राज्य सभा दे विच ही इंट्रोड्यूस या इनिशिएट किया जाएगा। नैक्सट क्वेश्चन है जी साडी अज दी सीरीज का, विच ऑफ द फॉलोइंग इज नॉट ट्रू। कहते नीचे कुछ स्टेटमेंट दित्तियां गईयां ने ते पूछा गया है कि केड़ी स्टेटमेंट सही नहीं है। ठीक है जी, पूछा गया कि केड़ी स्टेटमेंट बिल्कुल भी सही नहीं है। ओके जी, फर्स्ट स्टेटमेंट है कहते द प्रेसिडेंट और गवर्नर इज इम्यून फ्रॉम लीगल एक्शन फॉर ऑफिशियल एक्ट्स। कहते जो प्रेसिडेंट है या फिर गवर्नर है, कहते द प्रेसिडेंट और गवर्नर इज इम्यून फ्रॉम लीगल एक्शन फॉर ऑफिशियल एक्ट्स। यही स्टेटमेंट बिल्कुल सही है, ये तो हैगी है। नैक्सट कहते नो कोर्ट कैन बी कंपेल अ गवर्नर टू परफॉर्म एनी ड्यूटी। बिल्कुल सही। कहते अंडर आर्टिकल 153 एक गवर्नर की पोस्ट है जिहड़ी स्टेट के उत्ते रखी जाती है, जो सेंटर का एक एजेंट हुंदा है। कहते कोई भी कोर्ट गवर्नर नू फोर्सफुली कंपैल नहीं कर सकती उहदी ड्यूटी परफॉर्म करने दे लई। ये भी स्टेटमेंट सही है। पूछा गया केड़ी सही नहीं है। नैक्सट है कहते 2 months नोटिस इज राइटिंग मस्ट बी डिलीवर्ड टू द गवर्नर फॉर ब्रिंगिंग सिविल प्रोसीडिंग इन द रिस्पैक्ट ऑफ देयर पर्सनल एक्ट्स। कहते अगर सिविल प्रोसीडिंग होनी होवे गवर्नर दे अगेंस्ट तो उन्होंने 2 महीने का नोटिस देना पैंदा पहला। बिल्कुल सही। नैक्सट है कहते कोर्ट आर इंपावर टू इंक्वायर द एडवाइस टेंडर्ड बाय मिनिस्टर टू प्रेसिडेंट और गवर्नर। कहते सपोज करो कहते जेड़ी एडवाइस मिनिस्टर्स दे वल्लों चाहे वो प्रेसिडेंट नू दित्ती होवे चाहे वो गवर्नर नू दित्ती होवे, कहते सपोज करो वो एडवाइस किते गलत हो जाए या ना भी होवे, कहते कि उस एडवाइस नू कहते कोर्ट की कर सकता है? कहते कोर्ट आर इंक्वायर कर सकता है कि मिनिस्टर ने एडवाइस इसनू क्यों दी, किवें दी वगैरह? बिल्कुल नहीं। इस दे लई मिनिस्टर से रिस्पोंसिबल नहीं हुंदे, ना ही कोई की कर सकती है, कोर्ट इंक्वायर कर सकती है उस एडवाइस नू जो मिनिस्टर दे वल्लों प्रेसिडेंट या फिर किसनू दित्ती होवे, गवर्नर नू दित्ती गई होवे। नैक्सट क्वेश्चन है कहते द प्राइम मिनिस्टर ऑफ इंडिया इज, कहते जेड़ा साडा यह क्वेश्चन बहुत बार एग्जाम दे विच पूछा गया, बहुत ईजी क्वेश्चन है ते पिछले क्वेश्चन दे विच आपां डिस्कस करते आ रहे हैं। जो साडा प्राइम मिनिस्टर है वो की हुंदा है? कि वो इलैक्टेड हुंदा है, सिलैक्टेड हुंदा है, नॉमीनेटेड हुंदा है कि अपॉइंटेड हुंदा है? बहुत बहुत ज़्यादा ईजी क्वेश्चन है तो इस क्वेश्चन का आंसर मोस्ट ऑफ बच्चे गलत कर देंगे ने। सबनों पता होना चाहिए ना इलैक्टेड ना सिलैक्टेड ना नॉमीनेटेड। साडा जो प्राइम मिनिस्टर हुंदा है वो अपॉइंटेड हुंदा है बाय whom? बाय प्रेसिडेंट इन विच आर्टिकल? अंडर आर्टिकल 75।
ठीक है जी, होपफुली गल क्लीयर होएगी। नैक्सट क्वेश्चन ने मूव करते हैं। नैक्सट क्वेश्चन है जी बहुत ईजी क्वेश्चन ने, बट जो आप पढ़ते नहीं तो इन्होंने क्वेश्चनस भी गलत करते हैं। कहते व्हाट इज द मिनिमम एज रिक्वायरमेंट टू बिकम द प्राइम मिनिस्टर ऑफ इंडिया। कहते इंडिया दा प्राइम मिनिस्टर बनने दे लई मिनिमम कितनी उम्र होनी चाहिए है, मिनिमम कितनी उम्र होनी चाहिए अगर असी प्रेसिडेंट प्राइम मिनिस्टर बनना है। देखो इन्होंने मिनिमम पूछा है, वैसे अगर देखा जाए अगर असी प्राइम मिनिस्टर बनना है, जे असी लोक सभा तो चुने जा रहे हैं तो 25 साल, अगर असी राज्य सभा चो चुने जा रहे हैं तो 30 साल होनी चाहिए है। बट इन्होंने मिनिमम पूछी है तो मिनिमम का आंसर की होएगा 25 साल। तो घट तो घट कितनी साल उम्र होनी चाहिए, 25 साल। अगर तुसी राज्य सभा का मैंबर बनना है तो 30 साल, अगर लोक सभा का मैंबर बनना है 25 साल, जे तुसी सरपंच बनना है तो 21 साल, अगर तुसी लैजिस्लेटिव असैंबली के मैंबर बनना है तो भी तुहाडी 25 साल होनी चाहिए है। ओके, अगर तुसी की बनना है प्रेसिडेंट बनना है, प्रेसिडेंट ਜਾਂ गवर्नर बनना है तो ਤੁਹਾਡੀ ਜਾਂ वाइस प्रेसिडेंट बनना है ਤੁਹਾਡੀ उम्र 35 साल होनी चाहिए है। नैक्सट क्वेश्चन है जी अज की सीरीज का बहुत इंपॉर्टेंट क्वेश्चन है। क्वेश्चन की पूछा कहते विच वन ऑफ द फॉलोइंग मोशंस द काउंसिल ऑफ मिनिस्टर्स इन इंडिया कैन बी मूव। कहते नीचे दित्तियां दे विचों किहड़ी मोशंस ने जिहड़ी काउंसिल ऑफ मिनिस्ट्री पार्लीमेंट दे विच लैके आ सकदी है। किहड़ा मोशन है? नो कॉन्फिडेंस मोशन है। देखो नो कॉन्फिडेंस मोशन का काउंसिल ऑफ मिनिस्टर्स के अगेंस्ट लैके आते हैं ओपोजिशन के मैंबर। सो काउंसिल ऑफ मिनिस्टर नो कॉन्फिडेंस मोशन नहीं लैके आ सकती, सेंसर मोशन भी नहीं लैके आ सकती। अडजर्नमेंट मोशन काउंसिल ऑफ मिनिस्टर्स के किसी मिनिस्टर का ध्यान खिंचण दे लई ही रखा जाता है, सो ये भी नहीं लैके आ सकती। हाँ कॉन्फिडेंस मोशन कि साडी सत्ता है, साडे कोल कॉन्फिडेंस है हाउस दे विच, तां ये मोशन कौन लैके आ सकता है? काउंसिल ऑफ मिनिस्टर। काउंसिल ऑफ मिनिस्टर्स नूं उन्हां दी जगह तो उतारन दे लई किहड़ा मोशन लैके आउंदे ने जी? नो कॉन्फिडेंस मोशन। नैक्सट क्वेश्चन है जी बहुत ईजी क्वेश्चन ने एग्जाम पॉइंट ऑफ व्यू नाल। कहते द लीस्ट नंबर ऑफ मैंबर्स हु कैन टेबल द नो कॉन्फिडेंस मोशन अगेंस्ट द काउंसिल ऑफ मिनिस्टर इन लोक सभा इज। कहते किन्ने बंदियां दी मेजोरिटी चाहिए है, किन्ने बंदे नाल होने चाहिए ने अगर काउंसिल ऑफ मिनिस्टर्स दे अगेंस्ट नो कॉन्फिडेंस मोशन लैके आना है। तो यही क्वेश्चन बहुत सिली जिहा लगता है, बहुत ईजी लगता है, बट बच्चे गलत करते हैं क्योंकि उन्होंने एग्जैक्ट नहीं पता होंदा। तो इस क्वेश्चन का आंसर है जी ऑप्शन डी 50 मैंबर्स की रजामंदी चाहिए है। सो इस दे नाल ही साडी अज दी सीरीज हुंदी है कंप्लीट। होपफुली तुहानूं ये सीरीज बहुत ज़्यादा पसंद आई होएगी। सो अगर तुहानूं सीरीज पसंद आई है, लैक्चर पसंद आया तो प्लीज़ अपना कॉमेंट बॉक्स के विच रिव्यू जरूर देना है कि तुहानूं किस तरीके का लैक्चर लग्या है। ठीक है, तो अपना कमेंट बॉक्स के विच आंसर जरूर देना। ओके जी, सो एक चीज़ है कि मैं तुहानूं अज दे लैक्चर दे विच दस्सिया कि फंडामेंटल ड्यूटीज़ नूं ऐड किया गया 44th अमेंडमेंट दे नाल। सो उत्थे राइट डाउन सही कर देना 42nd अमेंडमेंट दे नाल। इहदे नाल थोड़ी जी मैनूं भी कन्फ्यूजन हो गई सी। 42nd अमेंडमेंट पहला मैं 42nd ही लिखिया सी, आफ्टर दैट मैं 44th कर दिया सी। तो राइट कर लियो कि 42nd अमेंडमेंट दे नाल फंडामेंटल ड्यूटीज़ नूं ऐड किया गया सी 10 ड्यूटी नूं, ते 11वीं ड्यूटी ऐड की गई सी 86th अमेंडमेंट दे नाल। ते 86th अमेंडमेंट दे नाल होर की ऐड किया गया सी? 21A आर्टिकल, 45 आर्टिकल। ठीक है, 21 आर्टिकल है कि तुसी कमेंट बॉक्स दे विच दसोगे। अगर तुहानूं वीडियो पसंद आती है तो इसनूं लाइक एंड शेयर जरूर करना। थैंक यू सो मच, मिलते हैं नैक्सट लैक्चर दे विच।